ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਮਾਝ ਚੌਪਦੇ ਘਰ ਪਹਿਲਾ ਮਹੱਲਾ ਚੌਥਾ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਹਰ ਹਰ ਨਾਮ ਮੈਂ ਹਰ ਮਨ ਭਾਇਆ। ਵੱਡ ਭਾਗੀ ਹਰ ਨਾਮ ਧਿਆਇਆ। ਗੁਰ ਪੂਰੈ ਹਰ ਨਾਮ ਸਿੱਧ ਪਾਈ। ਕੋ ਵਿਰਲਾ ਗੁਰਮਤਿ ਚੱਲੈ ਜੀਓ। ਮੈਂ ਹਰ ਹਰ ਖਰਚ ਲਿਆ ਬਨ ਪੱਲੈ। ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੈ। ਗੁਰ ਪੂਰੈ ਹਰ ਨਾਮ ਦਿਰੜਾਇਆ। ਹਰ ਨਿਹਚਲ ਹਰ ਧਨ ਪੱਲੈ ਜੀਓ। ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ। ਕੋਈ ਆਣ ਮਿਲਾਵੈ ਮੇਰੇ ਪ੍ਰਾਣ ਜੀਵਾਇਆ। ਹੋਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ। ਮੈਂ ਨੀਰ ਵਹਿ ਚੱਲੈ ਜੀਓ। ਸਤਿਗੁਰ ਮਿੱਤਰ ਮੇਰਾ ਬਾਲ ਸਖਾਈ। ਹੋਂ ਰਹਿ ਨਾ ਸਕਾਂ ਬਿਨ ਦੇਖੇ ਮੇਰੀ ਮਾਈ। ਹਰ ਜੀਓ ਕਿਰਪਾ ਕਰੋ ਗੁਰ ਮੇਲੋ। ਜਨ ਨਾਨਕ ਹਰ ਧਨ ਪੱਲੈ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ। ਚਬਰ ਛਤਰ ਤਖਤ ਦੇ ਮਾਲਕ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸਤਿਗੁਰ ਦੀ ਬੜੀ ਰਹਿਮਤ ਤੇ ਅਪਾਰ ਕਿਰਪਾ ਦੇ ਨਾਲ ਜੋ ਅੱਜ ਤੋਂ ਮਾਝ ਰਾਗ ਦੀ ਕਥਾ ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਨੰਬਰ 94 ਤੋਂ ਚੱਲਦੀ ਹੈ। ਇਹਦੇ ਵਿੱਚ ਸਤਿਗੁਰ ਦੀ ਬਖਸ਼ਿਸ਼ ਨਾਲ ਆਪਾਂ ਇਸ ਰਾਗ ਪਹਿਲਾਂ ਸ਼੍ਰੀ ਰਾਗ ਦੀ ਵਿਚਾਰ ਆਰੰਭ ਕੀਤੀ ਸੀ। ਹੁਣ ਮਾਝ ਰਾਗ ਦੀ ਅੱਜ ਤੋਂ ਸ਼ੁਰੂਆਤ ਕਰਨ ਲੱਗੇ ਹਾਂ। ਬਹੁਤ ਵੀਰਾਂ ਦੇ ਹੁਕਮ ਸਨ ਬੜੇ ਚਿਰਾਂ ਤੋਂ ਕਿ ਮਾਝ ਰਾਗ ਦੀ ਕਥਾ ਆਪ ਜੀ ਪ੍ਰਾਰੰਭ ਕਰੋ। ਸੋ ਸਤਿਗੁਰੂ ਕਿਰਪਾ ਕਰਨ, ਆਉਣ ਵਾਲੇ ਸਮੇਂ ਦੇ ਵਿੱਚ ਰਹਿਮਤ ਕਰਨ ਕਿ ਬੜੀ ਇਮਾਨਦਾਰੀ ਦੇ ਨਾਲ ਆਪਣੇ ਰੁਝੇਵਿਆਂ 'ਚੋਂ ਸਮਾਂ ਕੱਢ ਕੇ ਸਤਿਗੁਰੂ ਕੀ ਅੰਮ੍ਰਿਤਮਈ ਦਾਤ ਗੁਰਬਾਣੀ ਦੀ ਵਿਚਾਰ ਜਿੰਨੀ ਕੁ ਸੋਝੀ ਸਮਝ ਗੁਰੂ ਜੀ ਬਖਸ਼ਦੇ ਹਨ ਉਹ ਆਪ ਜੀ ਦੇ ਨਾਲ ਸਾਂਝ ਰੂਪ ਦੇ ਵਿੱਚ ਪਾਈ ਜਾਵੇਗੀ। ਸੋ ਰਾਗ ਮਾਝ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਬਖਸ਼ਿਸ਼ ਦੇ ਨਾਲ ਚੱਲਦਾ ਹੈ। ਜੋ ਪਹਿਲਾ ਸ਼ਬਦ ਹੈ 94 ਨੰਬਰ ਅੰਗ ਦੇ ਉੱਪਰ ਰਾਗ ਮਾਝ ਚੌਪਦੇ ਘਰ ਪਹਿਲਾ ਮਹੱਲਾ ਚੌਥਾ। ਸਤਿਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਬਖਸ਼ਿਸ਼ ਦੇ ਨਾਲ ਅੰਮ੍ਰਿਤਮਈ ਪਾਵਨ ਮਾਝ ਰਾਗ ਦੀ ਪ੍ਰਾਰੰਭਤਾ ਹੁੰਦੀ ਹੈ, ਜਿਸ ਵਿੱਚ ਇਹ ਜਿਹੜਾ ਰਾਗ ਮਾਝ ਰਾਗ ਜੋ ਹੈ ਇਹ ਮਾਝੇ ਦੇ ਇਲਾਕੇ ਦੇ ਵਿੱਚ ਅੰਮ੍ਰਿਤਸਰ ਲਾਹੌਰ ਜੋ ਪਹਿਲਾਂ ਲਹਿੰਦਾ ਪੰਜਾਬ ਸੀ ਉਹਦੇ ਵਿੱਚ ਇਹ ਅਕਸਰ ਵਿਛੋੜੇ ਦੀ ਤੜਫ ਤੇ ਔਸੀਆਂ ਪਾਉਂਦੇ ਹੋਏ ਲੋਕਾਂ ਦੇ ਵਿੱਚ ਗਾਇਆ ਜਾਂਦਾ ਸੀ। ਔਸੀਆਂ ਆਪਾਂ ਸਮਝਦੇ ਹਾਂ ਪੁਰਾਤਨ ਸਮੇਂ ਦੇ ਵਿੱਚ ਜਦੋਂ ਕਿਸੇ ਨੂੰ ਮਿਲਣ ਦੀ ਤੜਫ ਹੁੰਦੀ ਸੀ ਤੇ ਦਿਨਾਂ ਨੂੰ ਮੁਕਾਉਣ ਵਾਸਤੇ ਲੋਕੀ ਔਸੀਆਂ ਪਾਉਂਦੇ ਸਨ। ਜਿਵੇਂ ਜਿਵੇਂ ਦਿਨ ਮੁੱਕਦੇ ਸਨ ਲੀਕਾਂ ਖਿੱਚ ਜਾਂਦੀਆਂ ਸਨ ਤੇ ਪ੍ਰੇਮ ਤੇ ਬਿਰਹੇ ਤੇ ਤੜਫ ਦੇ ਵਿੱਚ ਇੱਕ ਇੱਕ ਲੀਕ ਰੋਜ਼ ਮਿਟਾਈ ਜਾਂਦੀ ਸੀ ਕਿ ਕਿਸ ਦਿਨ ਉਹ ਮਿਲਣ ਦਾ ਸਮਾਂ ਵਿਲਾਪ ਦਾ ਸਮਾਂ ਆਵੇ ਜਦੋਂ ਕਿਸੇ ਆਪਣੇ ਪਿਆਰੇ ਦੇ ਨਾਲ ਸਾਂਝ ਪਾਈ ਜਾਵੇ। ਤੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਾਝ ਰਾਗ ਦੀ ਇਸ ਅੰਮ੍ਰਿਤਮਈ ਪਾਵਨ ਬਖਸ਼ਿਸ਼ ਨੂੰ ਪਰਮਾਤਮਾ ਦੇ ਵਿਛੋੜੇ ਦੀ ਤੜਫ ਦੇ ਵਾਸਤੇ ਇਸ ਰਾਗ ਦੀ ਜਿਹੜੀ ਹੈ ਬਖਸ਼ਿਸ਼ ਕੀਤੀ ਹੈ, ਜਿਸ ਦੇ ਵਿੱਚ
ਅਸੀਂ ਬਾਰ-ਬਾਰ ਜਦੋਂ ਗੁਰਮਤ ਨੂੰ ਸਮਝਦੇ ਹਾਂ ਤੇ ਜਿੰਨੇ ਵੀ ਰਾਗ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਨੇ, ਸਾਰਿਆਂ ਹੀ ਰਾਗਾਂ ਦਾ ਮੁੱਖ ਵਿਸ਼ਾ ਪਰਮਾਤਮਾ ਦੇ ਨਾਲ ਇੱਕਮਿਕ ਹੋਣਾ ਹੈ। ਕਿਉਂਕਿ ਇਸ ਆਤਮਾ ਦੀ ਜਿਹੜੀ ਮੂਲ ਰੂਪ ਦੇ ਵਿੱਚ ਜਿਹੜੀ ਸਾਂਝ ਹੈ ਉਹ ਪਰਮ ਆਤਮਾ ਦੇ ਨਾਲ ਹੈ। ਅਤੇ ਸਤਿਗੁਰੂ ਜੀ ਅੰਮ੍ਰਿਤਮਈ ਪਾਵਨ ਬਾਣੀ ਦੇ ਵਿੱਚ ਰਾਗਾਂ ਨੂੰ ਆਧਾਰ ਬਣਾ ਕੇ ਮਨੁੱਖ ਨੂੰ ਸੰਗੀਤਕ ਰੂਪ ਦੇ ਵਿੱਚ ਇਸ ਆਤਮਾ ਨੂੰ ਪਰਮਾਤਮਾ ਦੇ ਨਾਲ ਮਿਲਾਪ ਕਰਾਉਣ ਦਾ ਜੋ ਸਤਿਗੁਰੂ ਪਾਤਸ਼ਾਹ ਜੀ ਯਤਨ ਕਰਦੇ ਹਨ, ਉਹਦੇ ਵਿੱਚ ਸਾਹਿਬ ਜੀ ਬਿਰਹੇ ਦੀ ਤੜਫ, ਬੈਰਾਗ ਦੀ ਤੜਫ ਸਤਿਗੁਰੂ ਜੀ ਇਸ ਪਾਵਨ ਬਖਸ਼ਿਸ਼ ਦੇ ਵਿੱਚ ਸਾਡੇ ਸਾਹਮਣੇ ਰੱਖ ਰਹੇ ਹਨ। ਸੋ ਅੱਜ ਤੋਂ ਆਪਾਂ ਜੋ ਸ਼ਬਦ ਪ੍ਰਾਰੰਭ ਕਰਨ ਲੱਗੇ ਹਾਂ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਬਖਸ਼ਿਸ਼ ਦੇ ਨਾਲ ਜਿਹੜਾ ਸ਼ਬਦ ਆਪ ਜੀ ਨੇ ਹੁਣੇ ਪਾਠ ਰੂਪ ਦੇ ਵਿੱਚ ਸਰਵਣ ਕੀਤਾ ਹੈ, ਇਹ ਰਾਗ ਮਾਝ ਦਾ ਪਹਿਲਾ ਸ਼ਬਦ ਹੈ। ਸਾਹਿਬ ਜੀ ਕਰ ਰਹੇ ਨੇ ਬਖਸ਼ਿਸ਼, ਰਾਗ ਮਾਝ ਚੌਪ ਦੇ ਘਰ ਪਹਿਲਾ ਮਹੱਲਾ ਚੌਥਾ। ਮੂਲ ਮੰਤਰ ਤੋਂ ਪਾਵਨ ਸ਼ਬਦ ਦੀ ਸ਼ੁਰੂਆਤ ਹੁੰਦੀ ਹੈ, ਕਿਉਂਕਿ ਸਤਿਗੁਰੂ ਜੀ ਨੇ ਹਮੇਸ਼ਾ ਹੀ ਜਦੋਂ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਜਿਹੜੇ ਪੜ੍ਹਨ ਵਾਲੇ ਨੇ, ਜਿਹੜੇ ਸਮਝਣ ਵਾਲੇ ਨੇ, ਉਹ ਇਸ ਗੱਲ ਤੋਂ ਜਾਣੂ ਹੋਣਗੇ ਕਿ ਗੁਰਬਾਣੀ ਦਾ ਮੂਲ ਵਿਸ਼ਾ ਮੂਲ ਮੰਤਰ ਹੈ। ਸਤਿਗੁਰੂ ਜੀ ਨੇ ਜਿੱਥੇ ਰਾਗ ਦੀ ਪ੍ਰਾਰੰਭਤਾ ਹੁੰਦੀ ਹੈ ਉੱਥੇ ਪੂਰਨ ਰੂਪ ਦੇ ਵਿੱਚ ਮੂਲ ਮੰਤਰ ਨੂੰ ਅੰਕਿਤ ਕਰਦੇ ਹਨ, ਤਾਂ ਕਿ ਸਾਡਾ ਜਿਹੜਾ ਧਿਆਨ ਆ, ਜਿਹੜੀ ਸਾਡੀ ਸੋਚ ਹੈ, ਜਿਹੜੀ ਸਾਡੀ ਮਤ ਵਿੱਚ ਜਿਹੜਾ ਪ੍ਰਗਾਸ਼ ਹੋਣਾ ਹੈ, ਉਹ ਮੂਲ ਮੰਤਰ ਦੇ ਆਧਾਰ 'ਤੇ ਹੋਵੇ ਕਿ ਜਿੰਨੀ ਵੀ ਵਿਚਾਰ ਆ ਇਸ ਸ਼ਬਦ ਦੀ, ਜਿੰਨੀ ਵੀ ਵਿਚਾਰ ਆ ਇਸ ਰਾਗ ਦੀ, ਉਹ ਇੱਕ ਓੰਕਾਰ 'ਤੇ ਖਲੋਤੀ ਹੈ, ਇੱਕ ਅਕਾਲ ਪੁਰਖ ਵਾਹਿਗੁਰੂ ਦੀ ਆਰਾਧਨਾ 'ਤੇ ਖਲੋਤੀ ਹੈ। ਪਰਮਾਤਮਾ ਨੂੰ ਕਿਵੇਂ ਮਿਲਣਾ ਹੈ, ਅਤੇ ਇਸੇ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਮੂਲ ਰੂਪ ਦੇ ਵਿੱਚ ਮੂਲ ਮੰਤਰ ਨੂੰ ਅੰਕਿਤ ਕੀਤਾ ਹੈ। ਜਿਵੇਂ ਸ਼ੁਰੂਆਤ ਵਿੱਚ ਸਾਹਿਬ ਜੀ ਕਹਿ ਰਹੇ ਨੇ ਇੱਕ ਓੰਕਾਰ, ਵੀ ਇਸ ਸ਼ਬਦ ਵਿੱਚ ਜਿਹੜੀ ਵੀ ਵਿਚਾਰ ਆਪ ਜੀ ਨੂੰ ਪੜ੍ਹਨ ਨੂੰ ਮਿਲੇਗੀ, ਵਿਚਾਰਨ ਨੂੰ ਮਿਲੇਗੀ, ਉਹ ਇੱਕ ਓੰਕਾਰ ਦੇ ਆਧਾਰ ਉੱਪਰ ਹੋਵੇਗੀ ਕਿ ਵਾਹਿਗੁਰੂ ਇੱਕ ਹੀ ਹੈ, ਉਹਦੇ ਵਰਗਾ ਹੋਰ ਕੋਈ ਨਹੀਂ, ਉਹਦਾ ਪਸਾਰਾ ਸਭ ਜਗ੍ਹਾ ਮੌਜੂਦ ਹੈ, ਉਹਦੇ ਪਸਾਰੇ ਦਾ ਕੋਈ ਹੱਦ ਬੰਨਾ ਕੋਈ ਨਹੀਂ ਪਾ ਸਕਦਾ। ਸਤਿਨਾਮ ਉਹਦਾ ਨਿਯਮ, ਉਹਦਾ ਸਿਧਾਂਤ, ਉਹਦਾ ਨੇਮ, ਉਹਦਾ ਨਾਮ ਸਦਾ ਅਟੱਲ ਹੈ, ਉਹ ਬਦਲਿਆ ਨਹੀਂ ਜਾ ਸਕਦਾ ਕਿਸੇ ਵਾਸਤੇ। ਜੋ ਇੱਕ ਵਾਰ ਅਕਾਲ ਪੁਰਖ ਨੇ ਹੁਕਮ ਕੀਤਾ ਹੈ, ਜੋ ਨਿਯਮ ਚੱਲ ਰਹੇ ਨੇ, ਉਹ ਉਵੇਂ ਦੇ ਉਵੇਂ ਹੀ ਚੱਲਣਗੇ। ਕਰਤਾ ਪੁਰਖ, ਉਹ ਸਭ ਕੁਝ ਬਣਾਉਣ ਵਾਲਾ ਇੱਕੋ ਇੱਕ ਪੁਰਖ ਹੈ, ਕ੍ਰੀਏਟਰ ਹੈ, ਕਰਤਾ ਹੈ, ਕਰਨ ਵਾਲਾ ਹੈ, ਉਹ ਤੋਂ ਬਿਨਾਂ ਹੋਰ ਕੋਈ ਦੂਸਰਾ ਨਹੀਂ ਹੋ ਸਕਦਾ। ਨਿਰਭਉ, ਉਹਨੂੰ ਕਿਸੇ ਦਾ ਡਰ ਨਹੀਂ ਹੈ, ਉਹ ਆਪਣੇ ਫੈਸਲੇ ਨਹੀਂ ਬਦਲਦਾ ਲੋਕਾਂ ਤੋਂ ਡਰ ਕੇ। ਉਹ ਨਿਰਭਉ ਹੈ, ਅਤੇ ਜੇ ਉਹ ਨਿਰਭਉ ਹੈ ਅਤੇ ਉਹਦਾ ਫਿਰ ਵੈਰ ਵੀ ਕਿਸੇ ਨਾਲ ਨਹੀਂ। ਆਮ ਕਰਕੇ ਸਾਡੀ ਸ਼ਬਦਾਵਲੀ ਵਿੱਚ ਅਸੀਂ ਇਹ ਅਕਸਰ ਕਹਿ ਦਿੰਦੇ ਹਾਂ, ਰੱਬ ਦਾ ਪਤਾ ਨਹੀਂ ਮੇਰੇ ਨਾਲ ਕੀ ਵੈਰ ਹੈ, ਅਤੇ ਦੂਜੇ ਨੂੰ ਬਹੁਤ ਕੁਝ ਦਿੰਦਾ ਹੈ, ਮੈਨੂੰ ਕੁਝ ਨਹੀਂ ਦਿੰਦਾ। ਪਰ ਪਰਮਾਤਮਾ ਵਾਹਿਗੁਰੂ ਦਾ ਕਿਸੇ ਨਾਲ ਕੋਈ ਵੈਰ ਨਹੀਂ। ਸਾਹਿਬ ਕਹਿੰਦੇ ਉਹ ਨਿਰਵੈਰ ਹੈ, ਉਹ ਅਕਾਲ ਪੁਰਖ ਵਾਹਿਗੁਰੂ ਕਿਸੇ ਨਾਲ ਵੈਰ ਨਹੀਂ ਕਮਾਉਂਦਾ। ਅਕਾਲ ਮੂਰਤ, ਉਹਦੀ ਕੋਈ ਮੂਰਤ ਨਹੀਂ ਬਣਾਈ ਜਾ ਸਕਦੀ, ਉਹਨੂੰ ਥਾਪਿਆ ਨਹੀਂ ਜਾ ਸਕਦਾ, ਉਹਦੀ ਕੋਈ ਤਸਵੀਰ ਨਹੀਂ ਬਣਾਈ ਜਾ ਸਕਦੀ, ਕਿਉਂਕਿ ਉਹਦੇ 'ਤੇ ਸਮੇਂ ਦਾ ਪ੍ਰਭਾਵ ਹੀ ਨਹੀਂ। ਨਾ ਉਹ ਬੁੱਢਾ ਹੁੰਦਾ ਹੈ, ਨਾ ਉਹ ਜਵਾਨ ਹੈ, ਕਿਸੇ ਵੀ ਉਹ ਰੂਪ ਰੰਗ ਦੇ ਵਿੱਚ ਨਹੀਂ ਹੈ। ਉਹ ਅਕਾਲ ਹੈ, ਸਮੇਂ ਦੇ ਪ੍ਰਭਾਵ ਤੋਂ ਪਰੇ ਹੈ, ਅਜੂਨੀ। ਜਿਵੇਂ ਅਸੀਂ ਮਾਤਾ ਦੇ ਪੇਟ ਤੋਂ ਜਨਮ ਲੈਂਦੇ ਹਾਂ, ਮਾਤਾ ਤੋਂ ਆਉਂਦੇ ਹਾਂ, ਪਿਤਾ ਦੇ ਸੰਜੋਗ ਅਤੇ ਮਾਤਾ ਦੇ ਸੰਬੰਧ ਦੇ ਨਾਲ ਸਾਡੀ ਸਾਂਝ ਬਣਦੀ ਹੈ। ਮਾਤ ਪਿਤਾ ਸੰਜੋਗ ਉਪਾਏ ਰਕਤ ਬਿੰਦ ਮਿਲ ਪਿੰਡ ਕਰੇ ਵਾਲਾ ਸਿਧਾਂਤ। ਪਰ ਉਹ ਪਰਮਾਤਮਾ ਅਜੋਨੀ ਹੈ, ਉਹ ਜੋਨਾਂ ਵਿੱਚ ਨਹੀਂ ਆਉਂਦਾ। ਸਹਿ ਭੰਗ, ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੈ। ਗੁਰ ਪ੍ਰਸਾਦ, ਗੁਰੂ ਦੀ ਰਹਿਮਤ ਅਤੇ ਗੁਰੂ ਦੇ ਸਿਧਾਂਤ ਨੂੰ ਮੰਨ ਕੇ, ਗੁਰੂ ਦੇ ਹੁਕਮ 'ਤੇ ਚੱਲ ਕੇ, ਗੁਰਮਤਿ ਗੁਰਬਾਣੀ ਦੇ ਰਾਹੀਂ ਸਤਿਗੁਰ ਦੀ ਕਿਰਪਾ ਦੇ ਨਾਲ ਉਹਨੂੰ ਜਾਣਿਆ, ਸਮਝਿਆ, ਵਿਚਾਰਿਆ ਜਾ ਸਕਦਾ ਹੈ। ਤੋ ਸਾਹਿਬ ਜੀ ਅੱਗੇ ਮਾਝ ਰਾਗ ਦੇ ਪਹਿਲੇ ਸ਼ਬਦ ਦੀ ਸ਼ੁਰੂਆਤ ਕਰਦੇ ਹਨ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਸਾਹਿਬ ਜੀ ਬਖਸ਼ਿਸ਼ ਰੂਪ ਦੇ ਵਿੱਚ ਕਿਰਪਾ ਕਰ ਰਹੇ ਹਨ। ਹਰ ਹਰ ਨਾਮ ਮੈਂ ਹਰ ਮਨ ਭਾਇਆ, ਵੱਡ ਭਾਗੀ ਹਰ ਨਾਮ ਤੇ ਆਇਆ। ਗੁਰ ਪੂਰੈ ਹਰ ਨਾਮ ਸਿਧ ਪਾਈ, ਉਹ ਵਿਰਲਾ ਗੁਰਮਤਿ ਚੱਲੇ ਜੀਓ। ਇਹ ਪਹਿਲਾ ਬੰਦ ਹੈ।
ਤੇ ਸਤਿਗੁਰੂ ਜੀ ਨੇ ਇਸੇ ਹੀ ਸ਼ਬਦ ਵਿੱਚ ਬਖਸ਼ਿਸ਼ ਕੀਤੀ ਹੈ। ਮਾਝ ਰਾਗ ਦੀ ਜਿਹੜੀ ਇੱਕ ਰੂਪ ਤੁਹਾਨੂੰ ਵੇਖਣ ਨੂੰ ਮਿਲੇਗਾ, ਇਹਦੇ ਵਿੱਚ ਸੱਚੇ ਪਾਤਸ਼ਾਹ ਜੀ ਪਰਮਾਤਮਾ ਵਾਹਿਗੁਰੂ ਨੂੰ ਸਮਝਦਿਆਂ, ਜਾਣਦਿਆਂ, ਵਿਚਾਰਦਿਆਂ ਸਾਡੇ ਅੰਦਰ ਇੱਕ ਬਿਰਹਾ, ਇੱਕ ਤੜਫ ਪੈਦਾ ਕਰਦੇ ਹਨ, ਤਾਂ ਕਿ ਸਾਡੀ ਆਤਮਾ ਉਸ ਬਿਰਹੇ ਅਤੇ ਉਸ ਤੜਫ ਦੇ ਵਿੱਚ, ਉਸ ਬੈਰਾਗ ਦੇ ਵਿੱਚ, ਉਸ ਸੁਭਾਅ ਦੇ ਵਿੱਚ ਨਿਰੰਕਾਰ ਨੂੰ ਮਿਲਣ ਦੀ ਸਾਂਝ ਪਾਵੇ। ਤੋ ਸਾਹਿਬ ਜੀ ਪਹਿਲੇ ਬੰਦ ਵਿੱਚ ਕਿਰਪਾ ਕਰ ਰਹੇ ਹਨ, ਹਰ ਹਰ ਨਾਮ ਮੈਂ ਹਰ ਮਨ ਪਾਇਆ। ਕਹਿੰਦੇ ਹੁਣ ਮੇਰੇ ਮਨ ਨੂੰ, ਪਾਇਆ ਦਾ ਮਤਲਬ ਹੁੰਦਾ ਹੈ ਭਾ ਜਾਣਾ, ਚੰਗਾ ਲੱਗਣ ਲੱਗ ਪੈਣਾ। ਸਤਿਗੁਰੂ ਗੁਰਦੇਵ ਜੀ ਕਹਿੰਦੇ ਨੇ ਮੇਰੇ ਮਨ ਦੇ ਵਿੱਚ, ਇੱਥੇ ਮੈਂ ਮਨ ਨੰਨੇ ਨੂੰ ਸਿਹਾਰੀ ਹੋਣ ਕਰਕੇ ਮੈਂ ਹਰਮਨ ਨੰਨੇ ਨੂੰ ਸਿਹਾਰੀ ਹੈ, ਭਾਵ ਮੇਰੇ ਮਨ ਦੇ ਵਿੱਚ ਵਡਭਾਗੀ, ਵੱਡਿਆਂ ਭਾਗਾਂ ਵਾਲੇ, ਵੱਡਿਆਂ ਭਾਗਾਂ ਦੇ ਨਾਲ ਗੁਰ, ਫਿਰ ਰਾਰੇ ਨੂੰ ਸਿਹਾਰੀ ਆਪ ਜੀ ਨੂੰ ਵੇਖਣ ਲਈ ਸ਼ਬਦ ਵਿੱਚ ਮਿਲੂਗੀ, ਭਾਵ ਗੁਰੂ ਜੀ ਦੇ ਰਾਹੀਂ ਗੁਰ ਪੂਰੈ, ਪੂਰੇ ਗੁਰੂ ਦੇ ਰਾਹੀਂ। ਸਮੁੱਚੇ ਪੰਕਤੀ ਦੇ ਅਰਥ ਨੇ ਹਰ ਹਰ ਨਾਮ ਮੈਂ ਹਰ ਮਨ ਪਾਇਆ। ਸਾਹਿਬ ਕਹਿੰਦੇ ਪਰਮਾਤਮਾ ਦਾ ਨਾਮ, ਉਹਦਾ ਜਿਹੜਾ ਨਿਯਮ ਆ, ਜਿਹੜਾ ਉਹਦਾ ਸਿਧਾਂਤ ਆ, ਹੁਣ ਮੇਰੇ ਮਨ ਨੂੰ ਪਿਆਰਾ ਲੱਗਣ ਲੱਗ ਪਿਆ ਹੈ। ਜਿਹੜਾ ਪਹਿਲਾਂ ਮੇਰਾ ਮਨ ਆਪਣੀਆਂ ਮਨ ਆਈਆਂ ਕਰਦਾ ਸੀ ਨਾ, ਜਿਹੜਾ ਮੇਰੀਆਂ ਮਨ ਪਹਿਲਾਂ ਆਪਣੀਆਂ ਮਨ ਮਰਜ਼ੀਆਂ ਕਰਦਾ ਸੀ, ਹੁਣ ਮੇਰਾ ਮਨ ਆਪਣੀਆਂ ਮਨ ਆਈਆਂ ਮਨ ਮਰਜ਼ੀਆਂ ਛੱਡ ਕੇ ਗੁਰੂ ਪਰਮਾਤਮਾ ਦੇ ਹੁਕਮ ਨੂੰ ਫੋਲੋ ਕਰਨ ਲੱਗ ਪਿਆ ਹੈ। ਬਸ ਇਹੀ ਨਿਯਮ ਹੈ ਸਿੱਖ ਦਾ ਪਰਮਾਤਮਾ ਨੂੰ ਮਿਲਣ ਦਾ, ਜਿਹੜਾ ਬਾਰ-ਬਾਰ ਤੁਹਾਨੂੰ ਗੁਰਬਾਣੀ ਦੇ ਵਿੱਚ ਸਮਝਣ ਨੂੰ ਮਿਲੇਗਾ। ਸਤਿਗੁਰ ਨੂੰ ਜਾਣਨ ਵਾਸਤੇ, ਪਰਮਾਤਮਾ ਨੂੰ ਮਿਲਣ ਲਈ ਆਪਣੇ ਆਪ ਨੂੰ ਖਾਲੀ ਕਰਨਾ ਪਏਗਾ, ਆਪਣੇ ਆਪ ਨੂੰ ਜ਼ੀਰੋ 'ਤੇ ਲਿਆਉਣਾ ਪਏਗਾ, ਆਪਣੀਆਂ ਮਨ ਆਈਆਂ ਮਨ ਮਰਜ਼ੀਆਂ ਛੱਡਣੀਆਂ ਪੈਣਗੀਆਂ, ਜਿਹੜੀਆਂ ਅਸੀਂ ਕਦਾਚਿਤ ਵੀ ਛੱਡਣ ਨੂੰ ਤਿਆਰ ਨਹੀਂ, ਕਦੀ ਵੀ ਨਹੀਂ ਛੱਡਦੇ। ਇਸੇ ਕਰਕੇ ਅਸੀਂ ਦੁਖੀ ਰਹਿੰਦੇ ਹਾਂ, ਪਰੇਸ਼ਾਨ ਰਹਿੰਦੇ ਹਾਂ। ਬਿਰਹਾ ਸਾਡੇ ਵਿੱਚ ਪਰਮਾਤਮਾ ਦਾ ਇਸੇ ਕਰਕੇ ਨਹੀਂ ਉੱਠਦਾ ਕਿਉਂਕਿ ਅਸੀਂ ਪਰਮਾਤਮਾ ਨੂੰ ਮਿਲਣ ਦੀ ਕੋਸ਼ਿਸ਼ ਹੀ ਨਹੀਂ ਕਰਦੇ, ਅਸੀਂ ਆਪਣੇ ਆਪ ਨੂੰ ਛੱਡਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਹਰ ਵਕਤ ਮੈਂ ਦੀ ਪੰਡ ਆਪਣੇ ਨਾਲ ਬੰਨ੍ਹ ਕੇ ਤੁਰਦੇ ਹਾਂ। ਉਹ ਜਿਹੜੀ ਪੰਡ ਆ ਨਾ, ਜਿਹੜੀ ਮੈਂ ਦੀ, ਉਹ ਸਾਨੂੰ ਨਿਰੰਕਾਰ ਨਾਲ ਅਭੇਦ ਨਹੀਂ ਹੋਣ ਦਿੰਦੀ। ਅਤੇ ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਕਿਰਪਾ ਕਰ ਰਹੇ ਨੇ। ਸਾਹਿਬ ਜੀ ਕਹਿੰਦੇ ਨੇ ਮੈਂ ਹਰ ਹਰ ਨਾਮ ਮੈਂ ਹਰ ਮਨ ਪਾਇਆ, ਹੁਣ ਮੇਰੇ ਮਨ ਨੂੰ, ਮੇਰੇ ਮਨ ਦੇ ਵਿੱਚ ਪਰਮਾਤਮਾ ਦਾ ਪਿਆਰ ਜਾਗਣ ਲੱਗ ਪਿਆ ਹੈ, ਕਿਉਂਕਿ ਮੈਂ ਆਪਣੀਆਂ ਮਨ ਆਈਆਂ ਛੱਡ ਦਿੱਤੀਆਂ ਹਨ। ਹੁਣ ਮੈਂ ਪਰਮਾਤਮਾ ਦੇ ਹੁਕਮ ਨੂੰ ਮੰਨਣ ਲੱਗ ਪਿਆ ਹਾਂ। ਪਰ ਇਹ ਸਾਹਿਬ ਕਹਿੰਦੇ ਬਖਸ਼ਿਸ਼ ਕਿਵੇਂ ਹੋਈ ਹੈ? ਵਡਭਾਗੀ ਹਰ ਨਾਮ ਧਿਆਇਆ। ਮੈਂ ਆਪਣੇ ਆਪ ਨੂੰ ਵੱਡਿਆਂ ਭਾਗਾਂ ਵਾਲਾ ਸਮਝਦਾ ਹਾਂ ਕਿ ਵੀ ਮੇਰੇ 'ਤੇ ਕਿਰਪਾ ਬਣੀ ਹੈ। ਮੇਰੇ ਹਿੱਸੇ ਦੇ ਵਿੱਚ, ਵਡਭਾਗੀ ਮਤਲਬ ਮੇਰੇ ਵੱਡੇ ਹਿੱਸੇ ਦੇ ਵਿੱਚ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਟਿਕਣ ਲੱਗ ਪਿਆ ਹੈ। ਹੁਣ ਮੇਰਾ ਮਨ ਮੇਰੀ ਕਰਨ ਦੀ ਬਜਾਏ ਨਿਰੰਕਾਰ ਨੂੰ ਯਾਦ ਕਰਨ ਲੱਗ ਪਿਆ ਹੈ। ਵਡਭਾਗੀ ਹਰ ਨਾਮ ਧਿਆਇਆ। ਪਰ ਇਹ ਨਾਮ ਸਮਝ ਕਿਵੇਂ ਆਇਆ ਹੈ? ਗੁਰਪੂਰੈ ਹਰ ਨਾਮ ਸਿੱਧ ਪਾਈ। ਪਰ ਸਾਹਿਬ ਕਹਿੰਦੇ ਇਹ ਸਭ ਕੁਝ, ਜੋ ਕੁਝ ਮੈਂ ਜਾਣਿਆ ਵਾ ਨਾ, ਜੋ ਕੁਝ ਮੈਂ ਸਮਝਿਆ ਹੈ ਪਰਮਾਤਮਾ ਦੇ ਬਾਰੇ, ਇਹ ਸਭ ਕੁਝ ਦੀ ਜਿਹੜੀ ਸਫਲਤਾ ਮੈਨੂੰ ਮਿਲੀ ਹੈ, ਇਹ ਗੁਰੂ ਦੇ ਰਾਹੀਂ ਮੈਂ ਹਾਸਲ ਕੀਤੀ ਹੈ। ਆਪਣੇ ਸਤਿਗੁਰ ਦੀ ਮੱਤ ਨੂੰ ਸਵੀਕਾਰ ਕੀਤਾ ਹੈ, ਆਪਣੇ ਗੁਰੂ ਦੀ ਮੱਤ ਨੂੰ ਮੰਨਿਆ ਹੈ। ਆਪਣੀ ਬੁੱਧ, ਆਪਣੀ ਮੱਤ, ਆਪਣੇ ਮਨ ਨੂੰ ਗੁਰੂ ਦੇ ਹੁਕਮ ਦੇ ਵਿੱਚ ਲੀਨ ਕਰਨ ਦੀ ਜਦੋਂ ਕੋਸ਼ਿਸ਼ ਕੀਤੀ ਗਈ ਹੈ, ਅਤੇ ਸਤਿਗੁਰ ਨੇ ਕਿਰਪਾ ਕੀਤੀ ਹੈ। ਜਿਵੇਂ ਨਾ ਅੱਜ ਟੀਚਰ ਡੇ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਹੈ, ਪਰ ਸਿੱਖ ਵਾਸਤੇ ਜੇ ਸਭ ਤੋਂ ਵੱਡਾ ਕੋਈ ਟੀਚਰ ਹੈ ਨਾ, ਉਹ ਧੰਨ ਗੁਰੂ ਗ੍ਰੰਥ ਸਾਹਿਬ ਹੈ। ਅਸੀਂ ਗੁਰੂ ਦੀ ਟੀਚਿੰਗਸ ਜਿਹੜੀਆਂ ਨੇ ਉਹਨੂੰ ਫੋਲੋ ਹੀ ਨਹੀਂ ਕਰਦੇ, ਕਿਉਂਕਿ ਜਦ ਤੱਕ ਅਸੀਂ ਗੁਰਬਾਣੀ ਨੂੰ ਆਪ ਨਹੀਂ ਸਮਝਦੇ ਨਾ, ਆਪ ਨਹੀਂ ਜੁੜਦੇ ਗੁਰਮਤਿ ਨਾਲ, ਗੁਰੂ ਜੀ ਨੂੰ ਫੋਲੋ ਨਹੀਂ ਕਰਦੇ, ਗੁਰੂ ਦੀ ਰਾਹੀਂ ਆਪਣੇ ਆਪ ਨੂੰ ਨਹੀਂ ਤੋਰਦੇ, ਤਦ ਤੱਕ ਅਸੀਂ ਕਦੀ ਵੀ ਆਪਣੇ ਜੀਵਨ ਵਿੱਚ ਪ੍ਰਗਾਸ ਨਹੀਂ ਕਰ ਸਕਦੇ। ਇਸੇ ਕਰਕੇ ਸਾਹਿਬ ਜੀ ਇਸ ਬਖਸ਼ਿਸ਼ ਵਿੱਚ ਸਾਡੀ ਸਾਂਝ ਪਾ ਰਹੇ ਹਨ। ਸਾਹਿਬ ਕਹਿੰਦੇ ਜੇ ਕੋਈ ਮੈਨੂੰ ਇਹ ਆਖੇ ਨਾ ਕਿ ਵੀ ਤੂੰ ਆਪਣੀ ਮਤ ਮੁਤਾਬਕ ਜਾਣਿਆ ਹੈ ਪਰਮਾਤਮਾ ਨੂੰ, ਅਤੇ ਸਾਹਿਬ ਕਹਿੰਦੇ ਮੈਂ ਕਹਾਂਗਾ ਨਹੀਂ, ਮੈਂ ਬਿਲਕੁਲ ਵੀ ਇਹ ਨਹੀਂ ਸੀ ਕਰ ਸਕਦਾ। ਇਹ ਮੇਰੇ 'ਤੇ ਕਿਰਪਾ ਬਣ ਗਈ ਹੈ। ਪਰਮਾਤਮਾ ਦਾ ਨਾਮ, ਜਿਹੜੀ ਸਿਮਰਨ ਦੀ ਜਿਹੜੀ ਮੈਨੂੰ ਸਫਲਤਾ ਮਿਲੀ ਹੈ ਨਾ, ਜੋ ਪਰਮਾਤਮਾ ਨੂੰ ਜਾਣਨ ਅਤੇ ਸਮਝਣ ਦਾ ਜਿਹੜਾ ਮੇਰੇ ਅੰਦਰ ਪ੍ਰਗਾਸ ਹੋਇਆ ਹੈ, ਉਹ ਪੂਰੇ ਗੁਰੂ ਦੇ ਰਾਹੀਂ ਮੈਂ ਹਾਸਲ ਕੀਤੀ ਹੈ।
ਸਤਿਗੁਰ ਨੇ ਰਹਿਮਤ ਕੀਤੀ ਹੈ। ਵੱਡ ਭਾਗੀ ਹਰ ਨਾਮ ਤੇ ਆਇਆ, ਗੁਰ ਪੂਰੈ ਹਰ ਨਾਮ ਸਿੱਧ ਪਾਈ। ਗੁਰਪੂਰੇ ਦੀ ਕਿਰਪਾ ਦੇ ਨਾਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਰਾਹੀਂ, ਗੁਰੂ ਸ਼ਬਦ ਦੇ ਰਾਹੀਂ ਮੈਂ ਇਹ ਸਿੱਧੀ ਪਾਈ ਹੈ, ਇਹ ਸਿਧਾਂਤ ਸਮਝਿਆ ਹੈ, ਇਹ ਜਾਣਿਆ ਹੈ, ਇਹਨੂੰ ਸਫਲਤਾ ਹਾਸਲ ਕੀਤੀ ਹੈ। ਕੋਈ ਵਿਰਲਾ ਗੁਰਮਤਿ ਚੱਲੈ ਜੀਓ। ਪਰ ਸਾਹਿਬ ਕਹਿੰਦੇ ਕੋਈ ਵਿਰਲਾ ਹੀ ਹੈ ਜੋ ਗੁਰੂ ਦੀ ਮੱਤ ਦੇ ਉੱਤੇ ਤੁਰਦਾ ਹੈ। ਸੱਚ ਜਾਣਿਓ, ਬਿਲਕੁਲ ਸੱਚੀ ਗੱਲ ਗੁਰੂ ਜੀ ਕਰ ਰਹੇ ਹਨ। ਕੋਈ ਵਿਰਲਾ ਹੈ ਜੋ ਆਪਣੇ ਮੱਤ ਨੂੰ ਛੱਡ ਕੇ ਗੁਰੂ ਦੀ ਮੱਤ ਨੂੰ ਪੱਲੇ ਬੰਨ੍ਹਦਾ ਹੈ, ਕਿਉਂਕਿ ਗੁਰੂ ਦੀ ਮੱਤ ਦੇ ਉੱਤੇ ਤੁਰ ਕੇ ਹੀ ਪਰਮਾਤਮਾ ਨੂੰ ਜਾਣਨ ਅਤੇ ਸਮਝਣ ਦੀ ਜਿਹੜੀ ਹੈ ਵਿਚਾਰਧਾਰਾ ਸਮਝ ਆਉਂਦੀ ਹੈ। ਅਤੇ ਸਾਹਿਬ ਕਹਿੰਦੇ ਨੇ ਕੋਈ ਵਿਰਲਾ ਵਡਭਾਗੀ, ਕੋਈ ਵਿਰਲਾ ਜਿਹਨੇ ਆਪਣੇ ਆਪ ਦੇ ਵਿੱਚੋਂ ਮੈਂ ਕੱਢ ਦਿੱਤੀ ਅਤੇ ਗੁਰੂ ਦੀ ਮੱਤ ਲੈ ਲਈ, ਉਹੀ ਪਰਮਾਤਮਾ ਦੇ ਦੱਸੇ ਹੋਏ, ਗੁਰੂ ਦੇ ਦੱਸੇ ਹੋਏ ਰਸਤੇ 'ਤੇ ਤੁਰਦਾ ਹੈ। ਕਿਉਂਕਿ ਗੁਰੂ ਦੇ ਉਹ ਰਸਤੇ 'ਤੇ ਤੁਰਨ ਵਾਸਤੇ ਆਪਣੇ ਆਪ ਨੂੰ ਮਿਟਾਉਣਾ ਪੈਂਦਾ ਹੈ। ਅਗਲੀਆਂ ਪੰਕਤੀਆਂ ਨੇ, ਮੈਂ ਹਰ ਹਰ ਖਰਚ ਲਿਆ ਬੰਨ ਪੱਲੇ। ਕਹਿੰਦੇ ਜਦੋਂ ਗੁਰੂ ਦੀ ਮੱਤ ਪੱਲੇ ਪੈਣ ਲੱਗ ਪਈ ਹੈ, ਹੁਣ ਸਮਝ ਆਉਣ ਲੱਗ ਪਿਆ ਹੈ ਕਿ ਜੀਵਨ ਦਾ ਆਧਾਰ ਹੈ ਚੰਗੇ ਗੁਣ। ਕਿਉਂਕਿ ਇੱਕ ਗੱਲ ਚੇਤੇ ਰੱਖਿਓ, ਗੁਰਬਾਣੀ ਦੇ ਵਿੱਚ ਇੱਕ ਇੱਕ ਅੱਖਰ ਗੁਣ ਰੂਪ ਦੇ ਵਿੱਚ ਲੁਕਿਆ ਹੋਇਆ ਹੈ। ਗੁਰਬਾਣੀ ਸਾਨੂੰ ਗੁਣ ਸਿਖਾਉਂਦੀ ਹੈ, ਗੁਣਾਂ ਦੀ ਸਾਂਝ ਕਰਾਉਂਦੀ ਹੈ। ਜਦੋਂ ਵੀ ਗੁਰੂ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਬੋਲਦੇ ਹਨ, ਸਾਡੇ ਅੰਦਰ ਗੁਣ ਟਿਕਾਉਂਦੇ ਹਨ, ਸਾਡੇ ਅੰਦਰ ਗੁਣਾਂ ਨੂੰ ਵਸਾਉਂਦੇ ਹਨ, ਸਾਨੂੰ ਗੁਣਾਂ ਦੇ ਨਾਲ ਜੋੜਦੇ ਹਨ। ਅਤੇ ਜਦੋਂ ਅਸੀਂ ਗੁਣ ਆਪਣੇ ਅੰਦਰ ਪੱਲੇ ਬੰਨ੍ਹਣ ਲੱਗ ਪੈਂਦੇ ਹਾਂ, ਆਪਣੇ ਮਨ ਰੂਪੀ ਪੱਲੇ ਦੇ ਵਿੱਚ ਗੁਣ ਬੰਨ੍ਹਣ ਲੱਗ ਪੈਂਦੇ ਹਾਂ, ਅਤੇ ਆਤਮਾ ਦਾ ਫਿਰ ਜੀਵਨ ਦੇ ਰਾਹ ਦਾ ਖਰਚਾ ਗੁਰੂ ਦੇ ਗੁਣ ਬਣ ਜਾਂਦੇ ਹਨ। ਫਿਰ ਅਵਗੁਣ ਜੀਵਨ ਵਿੱਚ ਨਹੀਂ ਰਹਿੰਦੇ। ਸਭ ਕਹਿੰਦੇ ਮੈਂ ਹਰ ਹਰ ਖਰਚ ਲਿਆ ਬੰਨ ਪੱਲੇ। ਮੈਂ ਪਰਮਾਤਮਾ ਦੇ ਗੁਣਾਂ ਦਾ ਖਰਚਾ, ਪਰਮਾਤਮਾ ਦੇ ਨਾਮ ਦਾ ਜੀਵਨ ਵਾਸਤੇ ਜਿਹੜਾ ਖਰਚਾ ਹੈ, ਜਿਹੜੀ ਪੋਕਟ ਮਨੀ ਹੈ, ਉਹ ਮੈਂ ਹੁਣ ਪੱਲੇ ਬੰਨ੍ਹ ਲਿਆ ਹੈ। ਆਪਾਂ ਕਈ ਵਾਰੀ ਕਿਸੇ ਨੂੰ ਇਹ ਗੱਲ ਕਹਿੰਦੇ ਆ ਨਾ ਵੀ ਤੂੰ ਜੇ ਸਫਲ ਹੋਣਾ ਚਾਹੁੰਦਾ ਤਾਂ ਆਹ ਮੇਰੀ ਗੱਲ ਇੱਕ ਪੱਲੇ ਬੰਨ੍ਹ ਲਾ, ਇਸ ਗੱਲ ਨੂੰ ਪੱਲੇ ਬੰਨ੍ਹ ਕੇ ਤੂੰ ਪਾਰ ਹੋ ਸਕਦਾ। ਇਵੇਂ ਗੁਰੂ ਜੀ ਕਹਿੰਦੇ ਵੀ ਜੇ ਤੂੰ ਜੀਵਨ ਦੇ ਰਾਹ ਦੇ ਸਫ਼ਰ ਨੂੰ ਸਫਲ ਬਣਾਉਣਾ ਚਾਹੁੰਦਾ ਹੈ ਅਤੇ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਪੱਲੇ ਬੰਨ੍ਹ ਲਾ। ਉਹਦੇ ਗੁਣਾਂ ਨੂੰ ਆਪਣੇ ਪੱਲੇ ਜਦੋਂ ਬੰਨ੍ਹ ਲਵੇਂਗਾ ਫਿਰ ਕੀ ਹੋਵੇਗਾ, ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੈ। ਪ੍ਰਾਣਾਂ ਦਾ ਸਖਾ ਜਿਹੜੇ ਸਵਾਸ ਨੇ ਨਾ, ਇਹਨਾਂ ਦਾ ਸਹਾਈ ਅਕਾਲ ਪੁਰਖ ਵਾਹਿਗੁਰੂ ਹੈ। ਅਤੇ ਜੇ ਪ੍ਰਾਣਾਂ ਨੂੰ ਜਿਉਣਾ, ਜ਼ਿੰਦਗੀ ਜਿਉਣੀ ਹੈ, ਜੇ ਸਵਾਸਾਂ ਨੂੰ ਮੰਨਣਾ ਹੈ ਅਤੇ ਪ੍ਰਾਣਾਂ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਆਪਣਾ ਸਖਾ ਬਣਾਉਣਾ ਪਏਗਾ। ਸਾਹਿਬ ਜੀ ਕਹਿੰਦੇ ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੇ। ਮੇਰੇ ਪ੍ਰਾਣਾਂ ਦਾ ਸਖਾਈ, ਮੇਰੇ ਪ੍ਰਾਣਾਂ ਦਾ ਸਹਾਈ, ਮੇਰੇ ਪ੍ਰਾਣਾਂ ਦਾ ਮਾਲਕ ਹੁਣ ਸਦਾ ਮੇਰੇ ਨਾਲ ਰਹਿੰਦਾ ਹੈ। ਹਰ ਪਲ ਪਲ 'ਤੇ ਇੱਕ ਇੱਕ ਪੈਂਡੇ ਦੇ ਉੱਪਰ, ਇੱਕ ਇੱਕ ਕਦਮ 'ਤੇ ਉਹ ਮੇਰੇ ਨਾਲ ਖਲੋਤਾ ਹੈ। ਗੁਰਪੂਰੈ ਹਰ ਨਾਮ ਦ੍ਰਿੜਾਇਆ, ਹਰ ਨਿਹਚਲ ਹਰ ਧਨ ਪੱਲੇ ਜੀਓ। ਸਾਹਿਬ ਜੀ ਕਹਿੰਦੇ ਹੁਣ ਪੂਰੇ ਗੁਰੂ ਜੀ ਨੇ ਮੈਨੂੰ ਦ੍ਰਿੜ ਕਰਾਤਾ ਹੈ। ਦੇਖੋ ਗੁਰਬਾਣੀ ਵਿੱਚ ਸ਼ਬਦ ਜਿਹੜੇ ਨੇ ਨਾ ਬੜੇ ਧਿਆਨਪੂਰਵਕ ਸਮਝਣ ਵਾਲੇ ਨੇ। ਸਤਿਗੁਰੂ ਜੀ ਨੇ ਜਦੋਂ ਇੱਥੇ ਸ਼ਬਦ ਵਰਤ ਰਹੇ ਨੇ ਨਾ, ਪਹਿਲੀਆਂ ਪੰਕਤੀਆਂ 'ਚ ਕਿਰਪਾ ਕਰ ਰਹੇ ਹਨ, ਗੁਰਪੂਰੈ ਹਰ ਨਾਮ ਸਿਧ ਪਾਈ, ਕੋ ਵਿਰਲਾ ਗੁਰਮਤਿ ਚੱਲੈ ਜੀਓ। ਫਿਰ ਰਹਿਮਤ ਕਰ ਰਹੇ ਨੇ, ਮੈਂ ਹਰ ਹਰ ਖਰਚ ਲਿਆ ਬੰਨ ਪੱਲੇ। ਮੈਂ ਆਪਣੀ ਆਤਮਾ ਦਾ ਗੁਣਾ ਰੂਪੀ ਖਰਚਾ ਆਪਣੇ ਪੱਲੇ ਬੰਨ੍ਹ ਲਿਆ ਹੈ। ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੈ। ਮੇਰੇ ਪ੍ਰਾਣਾਂ ਦਾ ਸਖਾ, ਮੇਰੇ ਪ੍ਰਾਣਾਂ ਦਾ ਮਾਲਕ ਹੁਣ ਸਦਾ ਮੇਰੇ ਨਾਲ ਚੱਲਦਾ ਹੈ। ਪਰ ਇਹ ਗੱਲ ਦ੍ਰਿੜ ਕਿਨੇ ਕਰਾਈ ਹੈ? ਇਹ ਬੜਾ ਨਿਯਮ ਹੈ। ਇਹ ਮੇਰੀ ਗੱਲ ਜਿਹੜੀ ਦ੍ਰਿੜ ਕਰਾਈ ਹੈ ਮੇਰੇ ਟੀਚਰ ਨੇ ਕਰਾਈ ਹੈ। ਮੇਰਾ ਟੀਚਰ ਕੌਣ ਹੈ? ਮੇਰਾ ਧੰਨ ਗੁਰੂ ਗ੍ਰੰਥ ਸਾਹਿਬ, ਗੁਰੂ ਸ਼ਬਦ, ਗੁਰਬਾਣੀ। ਸਾਹਿਬ ਕਹਿੰਦੇ ਗੁਰਪੂਰੈ ਹਰ ਨਾਮ ਦ੍ਰਿੜਾਇਆ। ਸਾਹਿਬ ਜੀ ਜਦੋਂ ਪੂਰੇ ਗੁਰੂ ਦੀ ਗੱਲ ਕਰਦੇ ਨੇ ਨਾ, ਅਤੇ ਉਹ ਕੱਚੇ ਪੀਲੇ ਅੱਜ ਵਰਗੇ ਪਖੰਡੀ ਸਾਧਾਂ ਦੀ ਗੱਲ ਨਹੀਂ ਗੁਰੂ ਜੀ ਕਰਦੇ। ਜੋ ਆਪ ਅਵਗੁਣਾਂ ਦਾ ਭਰਿਆ ਹੈ, ਉਹ ਦੂਜੇ ਨੂੰ ਕੀ ਗੁਣ ਸਿਖਾ ਸਕਦਾ ਹੈ? ਜਿਹਦੇ ਉੱਪਰ ਆਪ ਮੌਤ ਦਾ ਸਾਇਆ ਚੱਲ ਰਿਹਾ ਹੈ, ਉਹ ਦੂਜੇ ਨੂੰ ਕਿਵੇਂ ਮੌਤ ਤੋਂ ਬਾਹਰ ਨਿਰੰਕਾਰ ਦੇ ਨਾਲ ਜੋੜ ਸਕਦਾ ਹੈ? ਤਾਂ ਸਾਹਿਬ ਕਹਿੰਦੇ ਪੂਰਾ ਗੁਰੂ ਕੌਣ ਹੈ? ਜਿਸ ਪੂਰੇ ਗੁਰੂ ਨੂੰ ਨਾ ਕਾਮ, ਨਾ ਕ੍ਰੋਧ, ਨਾ ਲੋਭ, ਨਾ ਮੋਹ, ਨਾ ਰੋਗ, ਨਾ ਸੋਗ, ਨਾ ਭੋਗ, ਨਾ ਭੈ ਹੈ। ਉਹ ਪੂਰਾ ਗੁਰੂ ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਨਾਸ਼ੀ ਪੁਰਖ ਹੈ, ਸਭ ਮੇ ਰਿਆ ਸਮਾਏ। ਸਾਹਿਬ ਜੀ ਕਹਿੰਦੇ ਨੇ ਐਸਾ ਮੇਰਾ ਸਤਿਗੁਰੂ ਪੂਰਾ ਹੈ
ਜਿਸ ਪੂਰੇ ਗੁਰੂ ਨੇ ਹੁਣ ਮੈਨੂੰ ਇਹ ਦ੍ਰਿੜ ਕਰਾਇਆ ਹੈ। ਦ੍ਰਿੜ ਕਰਾਉਣਾ ਹੁੰਦਾ ਹੈ ਜਦੋਂ ਅਸੀਂ ਕਿਸੇ ਨੂੰ ਬਾਰ-ਬਾਰ ਕੋਈ ਬਚਨ ਕਹਿੰਦੇ। ਜਿਵੇਂ ਅਸੀਂ ਬਚਪਨ ਵਿੱਚ ਸਾਂ, ਪਹਿਲਾਂ ਸਾਨੂੰ ਮਾਂ ਪੜ੍ਹਾਉਂਦੀ ਹੈ, ਬੋਲ ਕਾਕਾ ABCD, ਊੜਾ ਐੜਾ ਈੜੀ ਸੱਸਾ ਹਾਹਾ, ਇਹ ਪਾਠ ਆ। ਉਸ ਤੋਂ ਬਾਅਦ ਫਿਰ ਮਾਂ ਬਾਰ-ਬਾਰ ਜਦੋਂ ਇਸ ਗੱਲ ਨੂੰ ਸਿਖਾਉਂਦੀ ਹੈ, ਟੀਚਰ ਸਿਖਾਉਂਦਾ ਹੈ, ਫਿਰ ਇਹ ਦ੍ਰਿੜ ਕਰਾਇਆ ਜਾਂਦਾ ਹੈ। ਅਲਫਾਬੈਟੀਕਲ ਸ਼ਬਦ ਊੜਾ ਐੜਾ ਈੜੀ ਅੱਜ ਸਾਨੂੰ ਇੰਨਾ ਦ੍ਰਿੜਿਆ ਕਿ ਸਾਡੇ ਹਰ ਅੱਖਰ ਊੜੇ ਤੋਂ ਚੱਲਦਾ ਹੈ, ਹਰ ਅੱਖਰ ABCD ਤੋਂ ਚੱਲਦਾ ਹੈ। ਅੱਜ ਉਹ ਦ੍ਰਿੜ ਹੋ ਚੁੱਕਿਆ ਹੈ। ਇਵੇਂ ਜੀਵਨ ਦਾ ਹਰ ਇੱਕ ਕਦਮ ਜਦੋਂ ਗੁਰੂ ਦੀ ਮੱਤ ਦੇ ਮੁਤਾਬਕ ਚੱਲੇਗਾ, ਜਦੋਂ ਜੀਵਨ ਦਾ ਹਰ ਇੱਕ ਫੈਸਲਾ ਗੁਰੂ ਦੇ ਮੱਤ ਮੁਤਾਬਕ ਚੱਲੇਗਾ, ਉਦਣ ਸੱਚ ਜਾਣਿਓ ਸਾਡੇ ਜੀਵਨ ਵਿੱਚ ਗੁਰਮਤਿ ਦ੍ਰਿੜ ਹੋਵੇਗੀ। ਹਜੇ ਅਸੀਂ ਕੇਵਲ ਅੱਖਰ 'ਤੇ ਪੜ੍ਹ ਰਹੇ ਹਾਂ ਗੁਰਬਾਣੀ ਦੇ, ਪਰ ਅਸੀਂ ਦ੍ਰਿੜ ਨਹੀਂ ਕਰ ਰਹੇ, ਕਿਉਂਕਿ ਸਾਡੇ ਫੈਸਲਿਆਂ ਦੇ ਵਿੱਚ, ਸਾਡੇ ਸੁਭਾਅ ਵਿੱਚ, ਸਾਡੇ ਰੋਜ਼ਮਰਾ ਦੇ ਜੀਵਨ ਦੇ ਖਰਚਿਆਂ ਦੇ ਵਿੱਚ, ਸਾਡੇ ਜੀਵਨ ਦੇ ਪੈਂਡੇ ਦੇ ਵਿੱਚ ਗੁਰੂ ਸਹਾਈ ਨਹੀਂ ਹੁੰਦਾ, ਕਿਉਂਕਿ ਅਸੀਂ ਗੁਰੂ ਨੂੰ ਦ੍ਰਿੜ ਹੀ ਨਹੀਂ ਕਰ ਸਕੇ। ਸਭ ਕਹਿੰਦੇ ਗੁਰ ਪੂਰੈ ਹਰ ਨਾਮ ਦ੍ਰਿੜਾਇਆ। ਪੂਰੇ ਗੁਰੂ ਨੇ ਮੈਨੂੰ ਪਰਮਾਤਮਾ ਦਾ ਨਿਯਮ, ਉਹਦਾ ਸਿਧਾਂਤ, ਉਹਦਾ ਹੁਕਮ ਦ੍ਰਿੜ ਕਰਾ ਦਿੱਤਾ ਹੈ। ਹਰ ਨੇਚਲ ਹਰ ਤਨ ਪੱਲੇ ਜੀਓ। ਨੇਚਲ ਦਾ ਮਤਲਬ ਪਤਾ ਕੀ ਹੈ? ਸਦਾ ਟਿਕੇ ਰਹਿਣ ਵਾਲਾ, ਜੋ ਕਦੀ ਵੀ ਮੁੱਕਣ ਵਾਲਾ ਨਹੀਂ ਹੈ। ਪੱਲੇ ਮੇਰੇ ਪੱਲੇ ਵਿੱਚ, ਮੇਰੇ ਪਾਸ। ਸਾਹਿਬ ਜੀ ਕਹਿੰਦੇ ਨੇ ਗੁਰ ਪੂਰੈ ਹਰ ਨਾਮ ਦ੍ਰਿੜਾਇਆ, ਹਰ ਨੇਚਲ ਹਰ ਤਨ ਪੱਲੇ ਜੀਓ। ਪੂਰੇ ਗੁਰੂ ਨੇ ਮੇਰੇ ਨਾਲ ਕੀ ਕਿਰਪਾ ਕੀਤੀ ਹੈ, ਮੇਰੇ ਹਿਰਦੇ ਵਿੱਚ ਪਰਮਾਤਮਾ ਦੇ ਗੁਣ ਟਿਕਾ ਦਿੱਤੇ ਹਨ, ਅਤੇ ਸਤਿਗੁਰ ਦੀ ਰਹਿਮਤ ਨਾਲ ਇਹ ਨਾਮ ਮੇਰੇ ਹਿਰਦੇ ਵਿੱਚ ਹੁਣ ਪੱਕਾ ਹੋ ਗਿਆ ਹੈ। ਹੁਣ ਹੋਰ ਕੋਈ ਮੇਰੇ ਮਨ ਵਿੱਚ ਨਹੀਂ ਵਸਦਾ ਸਿਵਾਏ ਪਰਮਾਤਮਾ ਤੋਂ, ਸਿਵਾਏ ਗੁਰਬਾਣੀ ਗੁਰਮਤ ਤੋਂ। ਹੁਣ ਮੇਰਾ ਜੀਵਨ ਦਾ ਸਿਧਾਂਤ, ਮੇਰੇ ਜੀਵਨ ਦਾ ਨਿਯਮ ਸਤਿਗੁਰ ਦੀ ਮੱਤ ਬਣ ਗਈ ਹੈ, ਅਤੇ ਜਿਹਦੇ ਨਾਲ ਕਿਰਪਾ ਕੀ ਬਣੀ ਹੈ? ਗੁਰ ਪੂਰੈ ਹਰ ਨਾਮ ਦ੍ਰਿੜਾਇਆ, ਹਰ ਨੇਚਲ ਹਰ ਤਨ ਪੱਲੇ ਜੀਓ। ਗੁਰੂ ਦੀ ਕਿਰਪਾ ਦੇ ਨਾਲ ਮੇਰੇ ਹਿਰਦੇ ਵਿੱਚ ਹੁਣ ਪਰਮਾਤਮਾ ਦਾ ਨਾਮ ਟਿਕਿਆ ਹੈ, ਅਤੇ ਵਾਹਿਗੁਰੂ ਦਾ ਸਿਧਾਂਤ, ਸਤਿਗੁਰ ਦੇ ਨਿਯਮ, ਗੁਰੂ ਦਾ ਨਾਮ ਰੂਪੀ ਧਨ ਮੇਰੇ ਪਾਸ ਹੁਣ ਸਦਾ ਲਈ ਟਿਕੇ ਰਹਿਣ ਵਾਲਾ ਧਨ ਹੋ ਗਿਆ ਹੈ, ਜੋ ਕਦੀ ਵੀ ਮੁੱਕਣ ਵਾਲਾ ਨਹੀਂ ਹੈ। ਅਗਲੀਆਂ ਪੰਕਤੀਆਂ ਨੇ ਪਹਿਲੇ ਸ਼ਬਦ ਦੀਆਂ। ਸਾਹਿਬ ਜੀ ਕਿਰਪਾ ਕਰ ਰਹੇ ਨੇ। ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ, ਕੋਈ ਆਣ ਮਿਲਾਵੈ ਮੇਰੇ ਪ੍ਰਾਣ ਜੀਵਾਇਆ। ਸਾਹਿਬ ਕਹਿੰਦੇ ਹਰ ਹਰ ਸੱਜਣ। ਸੱਜਣ ਦਾ ਮਤਲਬ ਹੁੰਦਾ ਹੈ ਮਿੱਤਰ, ਦੋਸਤ। ਸਾਹਿਬ ਕਹਿੰਦੇ ਹੁਣ ਜਿਹੜਾ ਮੇਰਾ ਸੱਜਣ ਆ ਨਾ, ਜਿਹੜਾ ਮੇਰਾ ਮਿੱਤਰ ਆ, ਮੇਰਾ ਪ੍ਰੀਤਮ ਰਾਇਆ, ਉਹ ਕੌਣ ਬਣ? ਪਰਮਾਤਮਾ ਹੀ ਹੁਣ ਮੇਰਾ ਅਸਲ ਸੱਜਣ ਹੈ। ਪਰਮਾਤਮਾ ਹੀ ਮੇਰਾ ਪ੍ਰੀਤਮ ਪਾਤਸ਼ਾਹ ਹੈ, ਜਿਹਦੇ ਕੋਲ ਬੈਠ ਕੇ ਮੈਨੂੰ ਕੀ ਮਿਲਦਾ ਹੈ? ਸਤਿਗੁਰੂ ਗੁਰਦੇਵ ਜੀ ਕਹਿੰਦੇ ਨੇ, ਹੋਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹਿ ਚੱਲੇ ਜੀਓ। ਹੁਣ ਮੇਰਾ ਸੱਜਣ, ਮੇਰੇ ਪ੍ਰਾਣਾਂ ਦਾ ਸਖਾਈ, ਮੇਰਾ ਮਿੱਤਰ ਕੇਵਲ ਤਾਂ ਕੇਵਲ ਪਰਮਾਤਮਾ ਵਾਹਿਗੁਰੂ ਬਣ ਗਿਆ ਹੈ। ਹੁਣ ਉਹ ਤੋਂ ਬਿਨਾਂ ਹੋਰ ਮੈਂ ਕਿਸੇ ਦੀ ਕੋਈ ਟੇਕ, ਕੋਈ ਆਸ, ਕੋਈ ਮਨ ਵਿੱਚ ਕਿਸੇ ਤਰੀਕੇ ਦੀ ਕੋਈ ਲਾਲਸਾ ਨਹੀਂ ਧਰਦਾ, ਕਿਉਂਕਿ ਮੇਰੇ ਗੁਰੂ ਰੂਪੀ ਸਤਿਗੁਰੂ ਗੁਰੂ ਸ਼ਬਦ ਨੇ, ਗੁਰੂ ਦੀ ਮੱਤ ਨੇ ਮੈਨੂੰ ਇਹ ਸਮਝਾ ਦਿੱਤਾ ਹੈ ਕਿ ਤੂੰ ਪਰਮਾਤਮਾ ਵਾਹਿਗੁਰੂ ਦੇ ਹੁਕਮ ਦੇ ਮੁਤਾਬਕ ਤੁਰਨਾ ਹੈ। ਅਤੇ ਸਤਿਗੁਰੂ ਜੀ ਕਹਿੰਦੇ ਨੇ ਪਰਮਾਤਮਾ ਹੀ ਮੇਰਾ ਹੁਣ ਅਸਲ ਸੱਜਣ ਹੈ, ਉਹੀ ਮੇਰਾ ਪ੍ਰੀਤਮ ਪਾਤਸ਼ਾਹ ਹੈ, ਜੋ ਮੈਨੂੰ ਆਤਮਿਕ ਤੌਰ 'ਤੇ ਮਜ਼ਬੂਤ ਕਰਦਾ ਹੈ। ਇਹ ਗੱਲ ਚੇਤੇ ਰੱਖਿਓ, ਦੁਨੀਆ ਦੇ ਵਿੱਚ ਜਿੰਨੀਆਂ ਵੀ ਅਸੀਂ ਗੱਲਾਂ ਕਰਾਂਗੇ ਨਾ, ਬਹੁਤੀਆਂ ਸਾਨੂੰ ਢਹਿੰਦੀ ਕਲਾ 'ਚ ਲੈ ਕੇ ਜਾਂਦੀਆਂ, ਜੋ ਸਾਡੀ ਆਤਮਾ ਦਾ ਘਾਤ ਕਰਦੀਆਂ ਹਨ, ਸਾਨੂੰ ਆਤਮਘਾਤੀ ਬਣਾਉਂਦੀਆਂ ਹਨ। ਜਦੋਂ ਮਨੁੱਖ ਦਾ ਜ਼ਮੀਰ ਮਰ ਜਾਵੇ, ਮਨੁੱਖ ਦੀ ਸੋਚ ਮਨੁੱਖਤਾ ਦੇ ਉੱਪਰ ਖੜ ਜਾਵੇ, ਮਨੁੱਖ ਦੂਸਰੇ ਨੂੰ ਖੁਸ਼ ਕਰਨ ਵਾਸਤੇ ਝੂਠ ਬੋਲਣ ਲੱਗ ਪਵੇ, ਅਤੇ ਸਮਝ ਲੈਣਾ ਉਹ ਆਤਮਿਕ ਤੌਰ 'ਤੇ ਮਰ ਗਿਆ ਹੈ, ਆਤਮਿਕ ਤੌਰ 'ਤੇ ਉਹਦੀ ਮੌਤ ਹੋ ਗਈ ਹੈ। ਅਤੇ ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਬਖਸ਼ਿਸ਼ ਰੂਪ ਦੇ ਘਰ ਦੇ ਵਿੱਚ ਆ ਕੇ ਕਿਰਪਾ ਕਰਦੇ ਹਨ। ਹੁਣ ਮੇਰੇ ਪ੍ਰੀਤਮ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਹੀ ਮੇਰੇ ਆਤਮਿਕ ਜੀਵਨ ਦੇਣ ਵਾਲਾ, ਮੇਰੇ ਜੀਵਨ ਦਾ ਸਹਾਈ ਹੈ, ਅਤੇ ਮੇਰੀ ਹਰ ਵੇਲੇ ਤਾਂਘ, ਹੁਣ ਹਰ ਵਕਤ ਮੇਰੇ ਜੀਵਨ ਦੀ ਸਾਂਝ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਨੂੰ ਮਿਲਣ ਵਾਸਤੇ ਬਣੀ ਲੈਂਦੀ ਹੈ। ਉਹਦੀ ਯਾਦ ਵਿੱਚ ਮੇਰੇ ਅੱਖਾਂ ਦੇ ਵਿੱਚ ਜਿਹੜੇ ਹੰਝੂ ਨੇ, ਇਹ ਹੰਝੂਆਂ ਦੀ ਗੱਲ ਇਹ ਨਹੀਂ ਕਿ ਵੀ ਅੱਜ ਪਖੰਡ ਰੂਪ ਦੇ ਵਿੱਚ ਕੋਈ ਅੱਖਾਂ 'ਚੋਂ ਅਥਰੂ ਕੱਢ ਲਿਆਵੇ ਅਤੇ ਆਖੇ ਜੀ ਮੇਰੀ ਇਹਦੇ ਮਤਲਬ ਯਾਦ ਜਿਹੜੀ ਹੈ, ਮੈਂ ਤਾਂ ਰੋ ਰਿਹਾ ਵੀ ਇਸ ਕਰਕੇ ਮੈਨੂੰ ਪਰਮਾਤਮਾ ਦਾ ਵਿਛੋੜਾ ਹੈ।
ਹੰਝੂਆਂ ਦਾ ਮਤਲਬ ਇਹ ਹੈ, ਜਦੋਂ ਗੁਰੂ ਜੀ ਗੱਲ ਕਿਰਪਾ ਕਰਦੇ ਆ ਨਾ ਇਸ ਸ਼ਬਦ ਵਿੱਚ, ਸਾਹਿਬ ਜੀ ਕਹਿੰਦੇ ਕੋਈ ਆਣ ਮਿਲਾਵੇ ਮੇਰੇ ਪ੍ਰਾਣ ਜਿਵਾਇਆ, ਹੋਂ ਰਹਿ ਨ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹਿ ਚੱਲੇ ਜੀਓ। ਯਾਦ ਵਿੱਚ ਮੇਰੇ ਅੱਖਾਂ ਦੇ ਵਿੱਚ ਜਿਹੜੇ ਹੰਝੂ ਵਗ ਤੁਰੇ ਨੇ, ਕਿਉਂਕਿ ਜਦੋਂ ਅਸੀਂ ਕਿਸੇ ਨੂੰ ਬਹੁਤ ਦਿਲੋਂ ਪਿਆਰ ਅਤੇ ਤੜਫ ਨਾਲ ਜਦੋਂ ਮੰਨਣ ਲੱਗ ਪੈਂਦੇ ਹਾਂ ਨਾ, ਉਹਦੀ ਵਿਛੋੜਾ ਸਾਡੇ ਅੰਦਰ ਇੱਕ ਐਸਾ ਅਨੁਭਵ ਲੈ ਕੇ ਆਉਂਦਾ ਹੈ ਕਿ ਸੁੱਤੇ ਚਿੱਤ ਸਾਡੇ ਅੱਖਾਂ ਦੇ ਵਿੱਚੋਂ ਉਸ ਯਾਦ ਵਿੱਚ ਪਲ ਪਲ ਅੱਥਰੂ ਵਗਣ ਲੱਗ ਪੈਂਦੇ ਹਨ, ਹੰਝੂ ਵਗਣ ਲੱਗ ਪੈਂਦੇ ਹਨ। ਸਭ ਕਹਿੰਦੇ ਮੇਰੀ ਵੀ ਹੁਣ ਕੁਝ ਇਸ ਤਰੀਕੇ ਦੀ ਅਵਸਥਾ ਬਣ ਗਈ ਹੈ ਕਿ ਮੇਰੇ ਜੀਵਨ ਦੇ ਵਿੱਚ ਜਦੋਂ ਮੈਂ ਪ੍ਰਮਾਤਮਾ ਤੋਂ ਹੁਕਮ ਤੋਂ ਬਾਹਰ ਜਾਂਦਾ ਹਾਂ, ਆਪਣੀ ਮਤ ਮੁਤਾਬਕ ਕਰਮ ਕਰਨ ਲੱਗਦਾ ਹਾਂ, ਅਤੇ ਮੇਰੇ ਅੰਦਰ ਜਿਹੜੀ ਉਹਦੇ ਨਿਰੰਕਾਰ ਦੀ ਯਾਦ ਆ ਉਹ ਇੰਨੀ ਤੜਫ ਪੈਦਾ ਕਰਦੀ ਹੈ ਕਿ ਮੈਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਮੇਰੀਆਂ ਅੱਖਾਂ ਦੇ ਵਿੱਚੋਂ ਉਹਦੀ ਯਾਦ ਅਤੇ ਉਹਦੇ ਪਿਆਰ ਦੇ ਹੰਝੂ ਵਗਣ ਲੱਗ ਪੈਂਦੇ ਹਨ। ਸਤਿਗੁਰ ਮਿੱਤਰ ਮੇਰਾ ਬਾਲ ਸਖਾਈ, ਔਰ ਰਹਿ ਨਾ ਸਕਾਂ ਬਿਨ ਦੇਖੇ ਮੇਰੀ ਮਾਈ। ਕੈਸੇ ਸ਼ਬਦ ਨੇ ਮਾਝ ਰਾਗ ਦੇ। ਸਭ ਕਹਿੰਦੇ ਹੇ ਮੇਰੇ ਪ੍ਰੀਤਮ ਪ੍ਰਮਾਤਮਾ ਜੀ, ਮੈਂ ਤੇਰੇ ਦਰਸ਼ਨ ਕਰਨ ਤੋਂ ਬਿਨਾਂ ਰਹਿ ਨਹੀਂ ਸਕਦਾ। ਤੇਰੇ ਵਿਛੋੜੇ ਵਿੱਚ ਮੇਰੀਆਂ ਅੱਖਾਂ ਵਿੱਚ ਬਿਰਹੋਂ ਦਾ ਪਾਣੀ ਵਗ ਤੁਰਦਾ ਹੈ। ਹੇ ਮੇਰੀ ਮਾਂ, ਮੇਰੀ ਗੱਲ ਧਿਆਨ ਨਾਲ ਸੁਣ। ਹੁਣ ਮੇਰਾ ਜਿਹੜਾ ਬਚਪਨ ਦਾ ਸਾਥੀ ਆ ਨਾ, ਬਚਪਨ ਦੇ ਸਾਥੀ ਤੋਂ ਮਤਲਬ ਪਤਾ ਕੀ ਜੇ, ਜਦੋਂ ਸਾਡਾ ਮਨ, ਭਾਵੇਂ ਅਸੀਂ ਸਰੀਰ ਤੌਰ 'ਤੇ ਕਿੰਨੇ ਵੱਡੇ ਹੋ ਗਏ ਹਾਂ, ਪਰ ਜੇ ਅਸੀਂ ਗੁਰਮਤ ਤੌਰ ਦੇ ਉੱਤੇ ਜੇ ਨਹੀਂ ਨਾ ਕੁਝ ਸਮਝਿਆ, ਅਸੀਂ ਬੱਚੇ ਹਾਂ। ਸਾਹਿਬ ਕਹਿੰਦੇ ਤੇ ਜਿਹੜਾ ਬਾਲ ਅਵਸਥਾ ਦਾ ਜਿਹੜਾ ਤੁਹਾਡਾ ਮਿੱਤਰ ਹੁੰਦਾ ਨਾ ਜੀ, ਉਹ ਸਦੀਵੀ ਤੁਹਾਨੂੰ ਯਾਦ ਰਹਿੰਦਾ। ਆਪਾਂ ਕਈ ਵਾਰੀ ਆਪਣੇ ਬਚਪਨ ਨੂੰ ਜਦੋਂ ਚੇਤੇ ਕਰਦੇ ਹਾਂ ਅਤੇ ਆਪਣੇ ਬਾਲ ਕ੍ਰੀੜਾਵਾਂ, ਆਪਣੇ ਬਚਪਨ ਦੇ ਵਿੱਚ ਜੋ ਸਾਡੇ ਮਿੱਤਰ ਹੁੰਦੇ ਨੇ, ਜੋ ਸਾਡੇ ਦੋਸਤ ਹੁੰਦੇ ਨੇ, ਜੋ ਪਹਿਲੇ ਦਿਨ ਅਸੀਂ ਨਰਸਰੀ ਕਲਾਸ ਵਿੱਚ ਬੈਠੇ ਸਾਂ ਅਤੇ ਸਾਡੇ ਟੇਬਲ ਦੇ ਉੱਤੇ ਜਿਹੜੇ ਮਿੱਤਰ ਬੈਠੇ ਸਨ, ਉਹ ਬਾਲ ਸਖਾਈ ਜਿਹੜੇ ਅੱਜ ਤੱਕ ਸਾਡੇ ਮਿੱਤਰ ਰਹਿੰਦੇ ਹਨ। ਸਾਹਿਬ ਕਹਿੰਦੇ ਮੇਰੇ ਬਚਪਨ ਦਾ ਸਾਥੀ, ਮੇਰਾ ਬਾਲ ਸਖਾਈ, ਜੋ ਮੇਰੀ ਹਰ ਵਕਤ ਮੇਰਾ ਮਿੱਤਰ, ਮੇਰੇ ਦਿਲੋਂ ਮੇਰੇ ਨਾਲ ਜੁੜਿਆ ਸੀ ਬਿਨਾਂ ਕਿਸੇ ਸਵਾਰਥ ਤੋਂ, ਉਹ ਮੇਰਾ ਪਰਮਾਤਮਾ ਹੈ। ਹੁਣ ਉਹਦੇ ਦਰਸ਼ਨ ਕਰਨ ਤੋਂ ਬਿਨਾਂ, ਉਹਦੇ ਨਾਲ ਜੁੜਨ ਤੋਂ ਬਿਨਾਂ ਮੈਨੂੰ ਧੀਰਜ ਨਹੀਂ ਆਉਂਦਾ, ਮੈਂ ਰਹਿ ਨਹੀਂ ਸਕਦਾ ਉਹ ਤੋਂ ਬਿਨਾਂ। ਸਾਹਿਬ ਜੀ ਕਿਰਪਾ ਕਰ ਰਹੇ ਹਨ, ਸਤਿਗੁਰੂ ਮਿੱਤਰ ਮੇਰਾ ਬਾਲ ਸਿਖਾਈ, ਹੋਂ ਰਹਿ ਨਾ ਸਕਾਂ ਬਿਨ ਦੇਖੇ ਮੇਰੀ ਮਾਈ। ਹਰ ਜੀਓ ਕਿਰਪਾ ਕਰੋ ਗੁਰੂ ਮੇਲੋ, ਜਨ ਨਾਨਕ ਹਰ ਤਨ ਪੱਲੇ ਜੀਓ। ਸਾਹਿਬ ਕਹਿੰਦੇ ਇਹ ਨਾਨਕ ਦਾਸ ਆਖਦਾ ਹੈ, ਆਖਰੀਆਂ ਪੰਕਤੀਆਂ ਨੇ ਸ਼ਬਦ ਦੀਆਂ, ਹੇ ਪ੍ਰਮਾਤਮਾ ਜੀ, ਜਿਸ ਉੱਤੇ ਤੂੰ ਕਿਰਪਾ ਕਰਦਾ ਹੈ ਨਾ, ਜਿਹਦੇ ਉੱਪਰ ਤੇਰੀ ਰਹਿਮਤ ਦੀ ਨਿਗਾਹ ਹੋ ਜਾਵੇ, ਜੋ ਤੇਰੀ ਬਖਸ਼ਿਸ਼ ਦਾ ਪਾਤਰ ਬਣ ਜਾਵੇ, ਤੂੰ ਉਸ ਨੂੰ ਗੁਰੂ ਦੀ ਮੱਤ ਸਿਖਾਉਣਾ ਹੈ। ਉਹਨੂੰ ਗੁਰੂ ਦੀ ਸਮਝ ਆਉਣ ਲੱਗ ਪੈਂਦੀ ਹੈ ਅਤੇ ਉਹ ਆਪਣੇ ਪੱਲੇ ਫਿਰ ਹੌਲੀ ਹੌਲੀ ਪਰਮਾਤਮਾ ਦੇ ਸ਼ੁਭ ਗੁਣਾ ਰੂਪੀ ਧਨ ਨੂੰ ਇਕੱਠਾ ਕਰ ਲੈਂਦਾ ਹੈ ਅਤੇ ਨਿਰੰਕਾਰ ਨੂੰ ਯਾਦ ਕਰਦਾ ਹੋਇਆ ਪਰਮਾਤਮਾ ਦੇ ਵਿੱਚ ਲੀਨ ਅਤੇ ਅਭੇਦ ਹੋ ਜਾਂਦਾ ਹੈ। ਸੋ ਸਤਿਗੁਰ ਦੀ ਅਪਾਰ ਕਿਰਪਾ ਦੇ ਨਾਲ ਜੋ ਅੱਜ ਆਪਾਂ ਮਾਝ ਰਾਗ ਦੀ ਸ਼ੁਰੂਆਤ ਕੀਤੀ ਹੈ, ਪਹਿਲਾ ਸ਼ਬਦ ਮਾਝ ਰਾਗ ਦਾ ਜੋ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਹੋਇਆ ਹੈ, ਸਤਿਗੁਰ ਦੀ ਪਾਵਨ ਸ਼ਬਦ ਦੀ ਸਾਂਝ ਆਪ ਨਾਲ ਪਾਈ ਗਈ ਹੈ। ਇਹਦੇ ਵਿੱਚ ਕੋਈ ਵੀ ਇੱਧਰ ਉੱਧਰ ਦੀਆਂ ਗੱਲਾਂ ਨਹੀਂ ਕੀਤੀਆਂ ਜਾਣਗੀਆਂ, ਸਿਰਫ ਅਤੇ ਸਿਰਫ ਗੁਰਬਾਣੀ, ਗੁਰੂ ਸ਼ਬਦ, ਉਹਦੇ ਅੱਖਰੀ ਅਰਥ, ਉਹਦੇ ਭਾਵ ਅਰਥ ਆਪ ਨਾਲ ਸਾਂਝੇ ਕੀਤੇ ਜਾਇਆ ਕਰਨਗੇ। ਸੋ ਅੱਜ ਤੋਂ ਕੋਸ਼ਿਸ਼ ਕਰ ਰਹੇ ਹਾਂ ਮਾਝ ਰਾਗ ਦੀ ਪ੍ਰਾਰੰਭਤਾ ਕਰਨ ਦੀ। ਪਹਿਲਾ ਸ਼ਬਦ ਕਥਾ ਰੂਪ ਦੇ ਵਿੱਚ, ਵਿਚਾਰ ਰੂਪ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ। ਜ਼ਰੂਰ ਕਮੈਂਟ ਦੇ ਵਿੱਚ ਦੱਸਿਓ ਅੱਜ ਦੀ ਵਿਚਾਰ ਕਿਵੇਂ ਲੱਗੀ। ਕੱਲ੍ਹ ਨੂੰ ਫਿਰ ਸਤਿਗੁਰ ਦੀ ਅਪਾਰ ਕਿਰਪਾ ਨਾਲ ਅਗਲੇ ਸ਼ਬਦ ਦੀ ਵਿਚਾਰ ਲੈ ਕੇ ਹਾਜ਼ਰ ਹੋਵਾਂਗੇ ਜੀ। ਬਹੁਤ ਧੰਨਵਾਦ ਆਪ ਸਾਰਿਆਂ ਦਾ। ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।